ਤੂੰ ਮੇਰੇ ਵੱਲ ਰਹਿ ਤਾਂ ਕਿਆ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਸਿਆਣੇ ਬ੍ਰਾਹਮਣ ਦਾ ਅਲੰਕਾਰ। ਆਓ ਸ਼ੁਰੂ ਕਰੀਏ। ਇੱਕ ਬ੍ਰਾਹਮਣ ਨੇ ਬਹੁਤ ਵਿੱਦਿਆ ਪੜ੍ਹੀ, ਬਹੁਤ ਧਨ ਖੱਟ ਕੇ ਜੰਗਲ ਵਿੱਚੋਂ ਦੀ ਲੰਘ ਰਿਹਾ ਸੀ। ਉਸ ਦੇ ਮਗਰ 3 ਚੋਰ ਲੱਗ ਤੁਰੇ। ਚੋਰਾਂ ਵਿੱਚੋਂ ਇੱਕ ਬ੍ਰਾਹਮਣ, ਇੱਕ ਜੱਟ ਤੇ ਇੱਕ ਚੰਡਾਲ ਸੀ। ਤਿੰਨੇ ਜਣੇ ਬ੍ਰਾਹਮਣ ਨੂੰ ਲੁੱਟਣ ਲੱਗੇ। ਉਸ ਨੂੰ ਬਚਾਓ ਦਾ ਇੱਕ ਉਪਾਅ ਸੁਝਿਆ। ਜੱਟ ਤੇ ਬ੍ਰਾਹਮਣ ਨੂੰ ਇੱਕ ਪਾਸੇ ਲਿਜਾ ਕੇ ਬ੍ਰਾਹਮਣ ਨੂੰ ਕਿਹਾ ਕਿ ਤੂੰ ਮੇਰਾ ਜਾਤੀ ਭਾਈ ਹੈ। ਜੱਟ ਨੂੰ ਕਿਹਾ ਤੂੰ ਮੇਰਾ ਜਜਮਾਨ ਹੈ। ਤੁਸੀਂ ਚੰਡਾਲ ਨੂੰ ਕਿਉਂ ਧਨ ਦਿੰਦੇ ਹੋ? ਦੋਹਾਂ ਨੇ ਆਪਸ ਵਿੱਚ ਰਲ ਕੇ ਵੰਡ ਲੈਣਾ। ਉਹਨਾਂ ਚੰਡਾਲ ਨੂੰ ਆਪਣੇ ਨਾਲੋਂ ਨਿਖੇੜ ਦਿੱਤਾ। ਦੋਨੋਂ ਜਣੇ ਬ੍ਰਾਹਮਣ ਕੋਲੋਂ ਧਨ ਮੰਗਣ ਲੱਗੇ ਤਾਂ ਧਨੀ ਬ੍ਰਾਹਮਣ ਨੇ ਚੋਰ ਬ੍ਰਾਹਮਣ ਨੂੰ ਇੱਕ ਪਾਸੇ ਕਰਕੇ ਕਿਹਾ ਕਿ ਬ੍ਰਾਹਮਣ ਦਾ ਧਨ ਜੱਟ ਦੇ ਘਰ ਕਿਉਂ ਜਾਵੇ? ਤੂੰ ਮੈਨੂੰ ਥੋੜਾ ਦੇ ਦੇਵੀਂ, ਆਪਾਂ ਦੋਵੇਂ ਜਣੇ ਰਲ ਕੇ ਜੱਟ ਨੂੰ ਪਰੇ ਕਰ ਦੇਈਏ। ਇਸ ਤਰ੍ਹਾਂ ਹੀ ਕੀਤਾ ਗਿਆ। ਇਤਨੇ ਚਿਰ ਨੂੰ ਪਿੰਡ ਨੇੜੇ ਆ ਗਿਆ। ਚੋਰ ਬ੍ਰਾਹਮਣ ਨੇ ਧਨੀ ਬ੍ਰਾਹਮਣ ਨੂੰ ਕਿਹਾ ਕਿ ਧਨ ਦੇ ਦੇ। ਉਸ ਨੇ ਪਿੰਡ ਨੇੜੇ ਹੋਣ ਕਰਕੇ ਹੌਸਲਾ ਕੀਤਾ। ਨੰਬਰਦਾਰਾਂ ਨੂੰ ਸੱਦ ਕੇ ਪਕੜਾਉਣ ਦਾ ਡਰਾਵਾ ਦੇ ਕੇ ਉਸ ਨੂੰ ਵੀ ਜਵਾਬ ਦੇ ਦਿੱਤਾ। ਭੱਜ ਕੇ ਸਹੀ ਸਲਾਮਤ ਘਰ ਪਹੁੰਚ ਗਿਆ। ਕਹੋ ਕਬੀਰ ਇਹੋ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨ ਮੰਸ। ਇਹੋ ਪਰ ਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨ ਹੋਈ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। 3 ਗੁਣ ਸਤੋ ਰਜੋ ਤਮੋ, 3 ਚੋਰ ਹਨ। ਸਤੋ ਬ੍ਰਾਹਮਣ ਹੈ, ਰਜੋ ਜੱਟ ਹੈ ਤੇ ਤਮੋ ਚੰਡਾਲ ਹੈ। ਇਸ ਬ੍ਰਾਹਮਣ ਜੀਵ ਪਾਸ ਆਤਮਾ ਧਨ ਹੈ, ਸੰਸਾਰ ਜੰਗਲ ਹੈ। ਉਦਿਆਨ ਬਸਨੰ ਸੰਸਾਰੰ, ਸੰਬੰਧੀ ਸਵਾਨ ਸਿਆਲ ਖਰ ਹੈ। ਜੀਵ ਇਸ ਜੰਗਲ ਵਿੱਚ ਜੀਵਨ ਰੂਪ ਸਫ਼ਰ ਕਰ ਰਿਹਾ ਹੈ। ਆਤਮਾ ਧਨ ਲੁੱਟਣ ਨੂੰ ਇਹ ਤਿੰਨੇ ਚੋਰ ਇਸ ਨੂੰ ਚੰਬੜੇ ਹੋਏ ਹਨ। ਜਦ ਤੱਕ ਇਹ ਚੋਰ ਪ੍ਰਬਲ ਹਨ, ਤਦ ਤੱਕ ਇਹ ਜੀਵ ਆਪਣੇ ਸਰੂਪ ਰੂਪੀ ਘਰ ਵਿੱਚ ਨਹੀਂ ਜਾ ਸਕਦਾ। ਸਤਿਗੁਰੂ ਜੀ ਦੀ ਸ਼ੁਭ ਸਿੱਖਿਆ ਲੈ ਕੇ ਇਸ ਨੇ ਸੋਚਿਆ ਕਿ ਰਾਜਗੁਣ, ਤਮਗੁਣ, ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਇਹਨਾਂ ਤਿੰਨਾਂ ਹੀ ਗੁਣਾਂ ਤੋਂ ਛੁਟਕਾਰਾ ਪਾਇਆ ਜਾਏ। ਰਜੋ ਤੇ ਸਤੋ ਦਾ ਆਸਰਾ ਲੈ ਕੇ ਤਮੋ ਨੂੰ ਤਿਆਗਿਆ। ਜਦੋਂ ਤਮੋ ਦਾ ਤਿਆਗ ਹੋਇਆ ਤਾਂ ਰਜੋ ਦੁੱਖ ਰੂਪ ਜਾਪਿਆ। ਯਥਾ ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਸਤੋ ਦੇ ਆਸਰੇ ਜੀਵ ਨੇ ਰਜੋ ਨੂੰ ਤਿਆਗਿਆ। ਦੁੱਖ ਤਾਂ ਦੂਰ ਹੋ ਗਏ। ਫਿਰ ਸੰਗਤ ਰੂਪ ਪਿੰਡ ਨੇੜੇ ਆਇਆ ਤਾਂ ਹੌਸਲਾ ਹੋ ਗਿਆ। ਬੇਗਮਪੁਰਾ ਸ਼ਹਿਰ ਕੋ ਨਾਓ। ਆਪ ਤਕੜਾ ਹੋਇਆ ਤਾਂ ਸਤੋ ਗੁਣ ਤੋਂ ਵੀ ਉੱਪਰ ਤ੍ਰਿਗੁਣ ਅਤੀਤ ਅਵਸਥਾ ਰੂਪ ਆਪਣੇ ਸਰੂਪ ਵਿੱਚ ਆ ਗਿਆ। ਹਰਖ ਅਨੰਤ ਸੋਗ ਨਹੀਂ ਬੀਆ,
ਸੋ ਘਰ ਗੁਰੂ ਨਾਨਕ ਕੋ ਦੀਆ। ਤ੍ਰਿਗੁਣ ਅਤੀਤ ਚਤੁਰਥ ਗੁਣ ਗਮਤਾ ਕੈ। ਪੰਚ ਤਤ ਉਲੰਘ ਪਰਮ ਤਤ ਵਾਸੀ ਹੈ। ਖਟ ਰਸ ਤਿਆਗ ਪ੍ਰੇਮ ਰਸ ਕੋ ਪ੍ਰਾਪਤ ਭਏ। ਪੂਰ ਸੁਰ ਸਪਤ ਅਨਹਦ ਅਭਿਆਸੀ ਹੈ। ਅਸ਼ਟ ਸਿਧਾਨ ਭੇਦ ਨਾਥਨ ਕੈ ਨਾਥ ਭਏ। ਦਸਮ ਸਥਲ ਸੁਖ ਸਾਗਰ ਬਿਲਾਸੀ ਹੈ। ਉਨਮਨ ਮਗਨ ਗਗਨ ਹੋਏ ਨਿਜਰ ਚਰੈ। ਸਹਿਜ ਸਮਾਧ ਗੁਰ ਪਰਚੈ ਉਦਾਸੀ ਹੈ। ਕਬਿਤ ਸਵਈਏ। ਦੇਨਸ ਨ ਰਹਿਨ ਵੇਦ ਨਹੀਂ ਸ਼ਾਸਤਰ। ਤਹਾ ਬਸੈ ਨਿਰੰਕਾਰਾ। ਤਿੰਨਾਂ ਗੁਣਾਂ ਤੋਂ ਛੁਟਕਾਰਾ ਤਿੰਨਾਂ ਚੋਰਾਂ ਤੋਂ ਬਚਣਾ ਹੈ। ਫਿਰ ਆਪਣੇ ਸਰੂਪ ਵਿੱਚ ਲੀਨ ਹੋਣਾ ਹੈ। ਹੁਣ ਅਗਲਾ ਪ੍ਰਸੰਗ ਹੈ ਆਬੇ ਹਯਾਤ ਭਾਵ ਅੰਮ੍ਰਿਤ ਦਾ ਅਲੰਕਾਰ। ਮੌਤ ਦੇ ਡਰ ਤੋਂ ਬਚਣ ਵਾਸਤੇ ਜਦੋਂ ਤੋਂ ਸ੍ਰਿਸ਼ਟੀ ਬਣੀ ਤਦੋਂ ਤੋਂ ਲੋਕਾਂ ਨੇ ਯਤਨ ਆਰੰਭੇ। ਮੌਤ ਤੋਂ ਰਹਿਤ ਹੋਣ ਵਾਸਤੇ ਅੰਮ੍ਰਿਤ ਦੀ ਭਾਲ ਕੀਤੀ ਗਈ। ਵੱਖਰੀਆਂ ਵੱਖਰੀਆਂ ਥਾਵਾਂ ਤੇ ਇਸ ਦੀ ਕਲਪਨਾ ਹੋਈ। ਕਿਸੇ ਨੇ ਸਤਵੇਂ ਪਤਾਲ ਵਿੱਚ, ਕਿਸੇ ਨੇ ਸਮੁੰਦਰ ਵਿੱਚ, ਕਿਸੇ ਨੇ ਸਵਰਗ ਦੇ ਦੇਵਤਿਆਂ ਪਾਸ, ਵਿਕਾਰੀਆਂ ਨੇ ਕੰਤਾਂ ਦੇ ਹੇਠਾਂ, ਇਸਤਰੀਆਂ ਦੇ ਬੁੱਲਾਂ ਵਿੱਚ, ਕਿਸੇ ਨੇ ਚੰਦਰਮਾ ਦੀ ਕਿਰਨਾਂ ਵਿੱਚ ਮੰਨਿਆ, ਪਰ ਕਿਤੋਂ ਵੀ ਨਾ ਮਿਲਿਆ। ਜੇ ਸਤਵੇਂ ਪਤਾਲ ਵਿੱਚ ਅੰਮ੍ਰਿਤ ਹੁੰਦਾ ਤਾਂ ਉੱਥੋਂ ਦੇ ਨਾਗ ਜ਼ਹਿਰੀਲੇ ਕਿਉਂ ਰਹਿ ਜਾਂਦੇ? ਜੇ ਸਮੁੰਦਰ ਵਿੱਚ ਅੰਮ੍ਰਿਤ ਹੁੰਦਾ ਤਾਂ ਸਮੁੰਦਰ ਖਾਰਾ ਕਿਉਂ ਰਹਿ ਜਾਂਦਾ? ਜੇ ਸਵਰਗ ਦੇ ਦੇਵਤਿਆਂ ਪਾਸ ਹੁੰਦਾ ਤਾਂ ਉੱਥੋਂ ਦਾ ਰਾਜਾ ਇੰਦਰ ਅਹਲਿਆ ਪਾਸ ਜਾ ਕੇ ਕਲੰਕ ਕਿਉਂ ਖੱਟਦਾ? ਜੇ ਇਸਤਰੀਆਂ ਦੇ ਬੁੱਲਾਂ ਵਿੱਚ ਹੁੰਦਾ ਤਾਂ ਇਸਤਰੀਆਂ ਰੰਡੀਆਂ ਕਿਉਂ ਹੁੰਦੀਆਂ? ਜੇ ਚੰਦਰਮਾ ਵਿੱਚ ਹੁੰਦਾ ਤਾਂ ਉਹ ਵੱਧਦਾ ਘਟਦਾ, ਜੰਮਦਾ ਮਰਦਾ ਕਿਉਂ ਤੇ ਉਸ ਨੂੰ ਕਲੰਕ ਕਿਉਂ ਲੱਗਦਾ? ਇਸ ਆਬੇ ਹਯਾਤ ਭਾਵ ਅੰਮ੍ਰਿਤ ਨੂੰ ਪਹਾੜਾਂ ਵਿੱਚੋਂ ਸਿਕੰਦਰ ਵੀ ਭਾਲਦਾ ਫਿਰਦਾ ਰਿਹਾ। ਬਹੁਤ ਪਹਾੜ ਚੀਰ ਕੇ ਅੱਗੇ ਲੰਘਿਆ, ਰਾਖਸ਼ਾਂ ਨਾਲ ਯੁੱਧ ਕੀਤਾ, ਸੱਪਾਂ ਦੇ ਕੁੰਡ ਨੂੰ ਸ਼ਸਤਰਾਂ ਨਾਲ ਕੱਟ ਕੇ ਅੱਗੇ ਲੰਘਿਆ ਤਾਂ ਅੱਗੇ ਇੱਕ ਭਿਆਨਕ ਚੱਕਰ ਐਸਾ ਚੱਲ ਰਿਹਾ ਸੀ ਜਿਸ ਤੋਂ ਲੰਘਣਾ ਬੜਾ ਔਖਾ ਸੀ, ਜੋ ਵਿਦੇਸ਼ੀ ਦਾ ਸਿਰ ਕੱਟ ਦਿੰਦਾ ਸੀ। ਬਹੁਤ ਯਤਨ ਕਰਕੇ ਉਸ ਨੂੰ ਰੋਕ ਕੇ ਉੱਥੋਂ ਅੱਗੇ ਦੇਵਤਿਆਂ ਨਾਲ ਵੀ ਜੰਗ ਕਰਕੇ ਉਹਨਾਂ ਨੂੰ ਜਿੱਤਿਆ। ਫਿਰ ਆਬੇ ਹਯਾਤ ਦੇ ਕੁੰਡ ਪਾਸ ਪਹੁੰਚਾ। ਦੇਵਤਿਆਂ ਦੇ ਚਿੱਤ ਵਿੱਚ ਬੜੀ ਘਬਰਾਹਟ ਹੋਈ ਕਿ ਜੇ ਇਸ ਨੇ ਇਹ ਅੰਮ੍ਰਿਤ ਪੀ ਲਿਆ ਤਾਂ ਅਮਰ ਹੋ ਜਾਵੇਗਾ, ਸਾਡਾ ਰਾਜ ਭਾਗ ਖੋਹ ਲਵੇਗਾ। ਉਹਨਾਂ ਨੇ ਸਭਾ ਲਗਾ ਕੇ ਉਰਵਸੀ ਨੂੰ ਪ੍ਰੇਰ ਕੇ ਸਿਕੰਦਰ ਦੇ ਆਬੇ ਹਯਾਤ ਪੀਣ ਦੇ ਵਿੱਚ ਵਿਘਨ ਪਾਉਣ ਲਈ ਭੇਜਿਆ। ਉਹ ਇੱਕ ਐਸੀ ਗਿਲਜ ਦਾ ਰੂਪ ਧਾਰ ਕੇ ਆਬੇ ਹਯਾਤ ਕੁੰਡ ਦੇ ਕਿਨਾਰੇ ਆ ਬੈਠੀ, ਜਿਸ ਦੇ ਸਰੀਰ ਉੱਤੇ ਕੋਈ ਖੰਭ ਨਹੀਂ ਸੀ। ਖੂਨ ਸੁੱਕ ਚੁੱਕਾ ਸੀ, ਪਾਕ ਵਹਿ ਰਹੀ ਸੀ। ਅੜਿਲ ਰੰਬਾ ਨਾਮ ਅਪਸਰਾ ਦਈ ਪਠਾਏ ਕੈ। ਬਿਰਦ ਰੂਪ ਖੱਗ ਕੋ ਧਰ ਬੈਠੀ ਆਏ ਕੈ। ਏਕ ਪੰਖ ਤਨ ਰਹਿਓ ਨਾ ਤਾਕੋ ਜਾਣੀਐ। ਹੋ ਜਾ ਤਨ ਲਹਿਓ ਨਾ ਜਾਏ ਘਿਰਣਾ ਜਿਹ ਠਾਨੀਐ। ਦਸਮ ਜਦੋਂ ਸਿਕੰਦਰ ਆਬੇ ਹਯਾਤ ਦਾ ਬੁੱਕ ਭਰ ਕੇ ਪੀਣ ਲੱਗਾ ਤਾਂ ਇਸ ਗਿਲਜ ਨੇ ਹੱਸਣ ਦੀ ਆਵਾਜ਼ ਕੀਤੀ। ਸਿਕੰਦਰ ਦੇ ਮਨ ਵਿੱਚ ਭਰਮ ਪਿਆ। ਪੁੱਛਿਆ, ਹੇ ਨੀਚ ਗਿੱਧ, ਮੈਂ ਬੜੀ ਔਕੜਾਂ ਸਹਾਰ ਕੇ ਇਸ ਆਬੇ ਹਯਾਤ ਪਾਸ ਪਹੁੰਚਾ ਹਾਂ ਤੇ ਇਸ ਨੂੰ ਪੀਣ ਲੱਗਾ ਹਾਂ, ਪਰ ਤੇਰੇ ਹੱਸਣ ਦਾ ਕੀ ਕਾਰਨ?
दोहरा। जबै सिकंदर अमृत को पीवन लग्यो बनाए, गलत अंग पंछी तवै निरख उठ्यो मुस्काए। चौपई। पुछ्यो ताहे पंछी है जाई, क्यों तै हस्यो हेर मोहे भाई। सकल बिरथा वहो मोहे बताया, हमरे चित को ताप मिटाया। दसम। ओह कहन लगी, पी लै पी लै, जे मैं तैनू दस दिता तां तू पी नहीं सकेगा। आम तौर ते राजे वहीमे हुंदे हन, उन्हां दे कंन कच्चे हुंदे हन। सिकंदर नूं भी शंका पै गई। रंबा जिसने गली सड़ी गिलज दा रूप धारिया सी, कहन लगी कि आबे हयात पीण दा भाव यह है कि अमर हो जाईदा है, फिर मरीदा नहीं। मैं भी ये पी बैठी हाँ, मेरे शरीर दी हालत वेख। पंछी बाज। दोहरा। पछ एक तन ना रह्यो, रकत ना रह्यो शरीर। तन ना छुटद दुख सो जियत, जब ते पियो कुनीर। चौपई। भला पयो अमृत यह पी हैं, हमरी भांत बहुत दिन जी हैं। सुन ए बचन सिकंदर डरियो, पियत हुतो मद पान न करियो। दसम। मेरे शरीर ते एक भी खंभ नहीं रहा, खून नहीं रहा, सुक के पिंजरा हो गया है। पाख वगदी है, जान नहीं निकलती, जदों तो एक खोटा पानी पी लिया है। इस वास्ते तू भी विचार कर लै, फिर जान नहीं निकलनी। सिकंदर ने भरिया बुक फिर कुंड विच डोल दिता। हजूर पंजवें पातशाह जी ने फरमाया है, कर मह अमृत आन निसारियो, खिसर गयो भूम पर डारियो। हथ विच पा के अमृत तां प्राप्त होया, पर धरती ते डुल गया। भागां तो बिना अमृत की प्राप्ति नहीं हो सकती। सूफी कवि वजीद ने 7वें श्लोक विच कहा है, शाह सिकंदर ढूंढे आब हयात नूं, फिरदा विच पहाड़ां दिन ते रात नूं। भी तोस नाहे प्याला अपने दस्त पर, वजीदा कौन साहिब नूं आखे इंज ना इंज कर। गुरबाणी अनुसार भी सुर नर मुंजन अमरस खोजदे, सो अमृत गुरते पाया। गुरु की बाणी का पाठ, नितनेम, अभ्यास, कीर्तन, कथा, विचार, ये अमृत गुरु की संगत विचों ही लभ पैंदा है। नानक अमृत एक है, दूजा अमृत ना है। नानक अमृत मन माहे, पाइए गुर प्रसाद। अमृत रूप बाणी पढ़ के, 5 प्यारे अमृत तैयार करके, जीवां नूं छका के, ऐसे ब्रह्मानंद ਅਤੇ ਅੰਤ ਨੂੰ ਸੱਚਖੰਡ ਦੀ ਪ੍ਰਾਪਤੀ ਕਰਾਉਂਦੇ ਹਨ। ਜੀਵ ਹੈ ਸਿਕੰਦਰ, ਆਬੇ ਹਯਾਤ ਹੈ ਆਤਮਾਨੰਦ। 5 ਕੋਸ਼ਾਂ ਰੂਪੀ ਪਹਾੜਾਂ ਨੂੰ ਲੰਘ ਕੇ, 5 ਕੋਸ਼ ਸਥੂਲ ਦੇਹ ਵਿੱਚ, ਅਨਮय ਕੋਸ਼ ਸੂਖਮ ਦੇਹ ਵਿੱਚ, ਪ੍ਰਾਣਮय ਕੋਸ਼, ਮਨੋਮय ਕੋਸ਼, ਵਿਗਿਆਨਮय ਕੋਸ਼, ਕਾਰਨ ਦੇ ਵਿੱਚ ਆਨੰਦਮय ਕੋਸ਼। ਸੋ 5 ਕੋਸ਼ਾਂ ਰੂਪੀ ਪਹਾੜਾਂ ਨੂੰ ਲੰਘ ਕੇ, ਇੰਦਰੀਆਂ ਰੂਪੀ ਦੇਵਤਿਆਂ ਦਾ ਦਮਨ ਕਰਕੇ, ਸ਼ਬਦ, ਸਪਰਸ਼, ਰੂਪ, ਰਸ, ਗੰਧ ਰਾਖਸ਼ਾਂ ਨੂੰ ਦਬਾ ਕੇ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਸੱਪਾਂ ਦੇ ਕੁੰਡ ਨੂੰ ਕੱਟ ਕੇ, ਫਿਰ ਮਨ ਜੋ ਸਦਾ ਫਿਰਦਾ ਰਹਿੰਦਾ ਹੈ, ਗੁਰੂ ਕੀ ਕਿਰਪਾ ਤੋਂ ਬਿਨਾ ਕਦੇ ਵਸ ਆਉਣ ਵਾਲਾ ਨਹੀਂ ਹੈ। ਇਹ ਇੱਕ ਚੱਕਰ ਹੈ। ਮਨ ਦੇ ਸਾਰੇ ਫੁਰਨਿਆਂ ਨੂੰ ਮੇਟਣ ਰੂਪ ਇਸ ਚੱਕਰ ਨੂੰ ਲੰਘ ਕੇ ਸਾਧ ਸੰਗਤ ਰੂਪ
ਆਬੇ ਹਯਾਤ ਦੇ ਕੁੰਡ ਪਾਸ ਪਹੁੰਚ ਕੇ ਭਾਗਾਂ ਵਾਲੇ ਆਤਮਾ ਆਨੰਦ ਨੂੰ ਪ੍ਰਾਪਤ ਕਰਦੇ ਹਨ। ਨਹੀਂ ਤਾਂ ਮਾਇਆ ਰੂਪ ਉਰਵਸੀ, ਮਿਥਿਆ ਦ੍ਰਿਸ਼ਟੀ ਰੂਪ ਗਿਲਜ ਬਣ ਕੇ ਬ੍ਰਹਮ ਸਰੂਪ ਵਿੱਚ ਜੋ ਦੋਖ ਦ੍ਰਿਸ਼ਟੀ ਵਿਖਾਉਣੀ ਹੈ, ਭਾਵ ਵਾਹਿਗੁਰੂ ਤੋਂ ਬੇਮੁਖ ਕਰਨਾ, ਇਹ ਪਾਕ ਪੈਣੀ ਹੈ। ਆਪਣਾ ਪ੍ਰਭਾਵ ਪਾ ਕੇ ਜੀਵ ਨੂੰ ਬੇਮੁਖ ਕਰ ਦਿੱਤਾ ਤਾਂ ਮਨ ਰੂਪ ਹੱਥ ਵਿੱਚੋਂ ਬ੍ਰਹਮ ਦੇ ਸਨਮੁਖਤਾ ਦਾ ਤਿਆਗ ਰੂਪ ਅੰਮ੍ਰਿਤ ਦਾ ਡੁੱਲ ਜਾਣਾ ਹੈ, ਅਥਵਾ ਕਬੁੱਧੀ ਰੂਪੀ ਗਿਲਜ ਇਸ ਆਨੰਦ ਨੂੰ ਪ੍ਰਾਪਤ ਨਹੀਂ ਕਰਨ ਦਿੰਦੀ, ਅਥਵਾ ਕਈਆਂ ਦੀਆਂ ਪਤਨੀਆਂ ਰੂਪੀ ਉਰਵਸੀਆਂ ਖੰਡੇ ਦਾ ਅੰਮ੍ਰਿਤ ਛਕਣ ਵਿੱਚ ਵਿਘਨ ਪਾ ਦਿੰਦੀਆਂ ਹਨ। ਜਿਸ ਉੱਤੇ ਸਤਿਗੁਰੂ ਜੀ ਦੀ ਕਿਰਪਾ ਹੋਵੇ, ਉਹ ਹੀ ਅੰਮ੍ਰਿਤ ਛਕ ਕੇ ਆਪਣਾ ਜੀਵਨ ਸਫਲ ਕਰ ਸਕਦਾ ਹੈ। ਪੀਵੋ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਗੁਰੂ ਕੀ ਬਾਣੀ ਦੁਆਰਾ ਤਥਾ ਸ਼ਬਦ ਵਿੱਚ ਸੁਰਤ ਜੋੜ ਕੇ ਹਿਰਦੇ ਵਿੱਚੋਂ ਹੀ ਆਤਮਾ ਆਨੰਦ ਪ੍ਰਾਪਤ ਕਰੋ। ਇਹ ਤਾਂ ਹੀ ਹੋਵੇਗਾ ਜੇ ਪਹਿਲਾਂ ਪੰਜਾਂ ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛਕ ਕੇ ਗੁਰਮੰਤਰ ਮੂਲ ਮੰਤਰ ਦੀ ਪ੍ਰਾਪਤੀ ਕਰਕੇ ਗੁਰੂ ਵਾਲੇ ਬਣ ਕੇ ਰਹਿਤ ਰੱਖ ਕੇ ਕੁਰਹਿਤਾਂ ਤੋਂ ਬਚੋਗੇ। ਸੋ ਅਗਲਾ ਪ੍ਰਸੰਗ ਹੈ ਮੱਸੇ ਰੰਗੜ ਦਾ ਅਲੰਕਾਰ। ਬੈਕੁੰਠ ਦਾ ਸਾਕਾ ਨਜ਼ਾਰਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ, ਸਭ ਨੂੰ ਸਾਂਝਾ ਉਪਦੇਸ਼ ਦੇਣ ਵਾਸਤੇ ਕਲਯੁਗ ਵਿੱਚ ਸਿਰਜਿਆ ਹੈ। ਅੰਮ੍ਰਿਤ ਸਰੋਵਰ। ਅੰਮ੍ਰਿਤਸਰ ਸਤਿਗੁਰ ਸਤਵਾਦੀ, ਜਿਤ ਨਾਤਾ ਕਊਆ ਹੰਸ ਹੋ ਹੈ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਦੇ ਦਾਤ ਸਭ ਸੰਸਾਰ ਨੂੰ ਬਖਸ਼ੀ ਹੈ। ਯਥਾ ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹ ਜਾਏ। ਅਨੁਸਾਰ ਧਰਮ ਵਿਰੋਧੀ, ਪਾਪੀ ਜ਼ਾਲਮ ਦੁਸ਼ਟ ਅਤੇ ਹਥਿਆਰੇ ਕਈ ਵਾਰ ਇਸ ਦਾ ਵਿਰੋਧ ਕਰਦੇ ਰਹੇ। ਸਿੱਖੀ ਦਾ ਸੋਮਾ ਜਾਣ ਕੇ ਦੁਸ਼ਟ ਤੁਰਕ ਇਸ ਵਿੱਚ ਵਿਘਨ ਪਾਉਣ ਦੇ ਅਸਫਲ ਯਤਨ ਕਰਦੇ ਰਹੇ। ਜੈਸਾ ਕਿ ਪਾਪੀ ਮੱਸਾ ਰੰਗੜ ਹਰਿਮੰਦਰ ਸਾਹਿਬ ਵਿੱਚ ਮੰਜਾ ਢਾਹ ਕੇ ਵੇਸਵਾ ਨਚਾ ਕੇ ਬੇਅਦਬੀ ਕਰਨ ਲੱਗਾ। ਜਗਤ ਝੂਠ ਤੰਬਾਕੂ ਪੀਣ ਲੱਗਾ। ਭਾਈ ਮਹਿਤਾਬ ਸਿੰਘ ਮੀਰਾਂਕੋਟ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ ਅੰਮ੍ਰਿਤਸਰ ਵਾਲੇ ਬੁੱਢਾ ਜੋਹੜ ਬੀਕਾਨੇਰ ਤੋਂ ਇਸ ਪਾਪੀ ਨੂੰ ਸੋਧਣ ਲਈ ਚੜ੍ਹ ਕੇ ਆਏ। ਠੀਕਰੀਆਂ ਭੰਨ ਕੇ ਥੈਲੀਆਂ ਭਰੀਆਂ, ਲੰਬੇ ਚੋਲਿਆਂ ਦੇ ਥੱਲੇ ਦੀ ਵੱਡੀਆਂ ਸ੍ਰੀ ਸਾਹਿਬਾਂ ਪਹਿਨੀਆਂ। ਇਲੈਚੀ ਬੇਰੀ ਨਾਲ ਆ ਘੋੜੇ ਬੱਧੇ, ਮਾਨੋ ਪੱਟੀ ਦੇ ਨੰਬਰਦਾਰ ਮੁਆਵਲਾ ਦੇਣ ਆਏ ਪ੍ਰਤੀਤ ਹੁੰਦੇ ਹਨ। ਜਦੋਂ ਝੁਕ ਕੇ ਪਾਪੀ ਥੈਲੀਆਂ ਵੱਲ ਤੱਕਣ ਲੱਗਾ ਤਾਂ ਭਾਈ ਮਹਿਤਾਬ ਸਿੰਘ ਨੇ ਸਿਰ ਵੱਢ ਦਿੱਤਾ। ਵੇਸਵਾ ਦੇ ਗਹਿਣੇ ਲਾ ਕੇ ਧੱਕੇ ਮਾਰ ਕੇ ਬਾਹਰ ਕੱਢ ਕੇ ਦੁਬਾਰਾ ਹਰਿਮੰਦਰ ਸਾਹਿਬ ਦਾ ਅਦਬ ਕਾਇਮ ਕੀਤਾ। ਇਸੇ ਪ੍ਰਕਾਰ ਮਨੁੱਖਾ ਦੇ ਹੀ ਸ੍ਰੀ ਹਰਿਮੰਦਰ ਸਾਹਿਬ ਹੈ। ਹੰਕਾਰ ਰੂਪ ਮੱਸਾ ਰੰਗੜ ਹੈ। ਹਿਰਦਾ ਸਰੋਵਰ ਹੈ। ਕੁਬੁੱਧ ਰੂਪ ਵੇਸਵਾ ਸ਼ਬਦ ਸਪਰਸ਼ ਰੂਪੇ ਗਹਿਣੇ ਪਹਿਰ ਕੇ ਪਦਾਰਥਾਂ ਦਾ ਨਿਰਣਾ ਰੂਪ ਨਿਰਤਕਾਰੀ ਕਰ ਰਹੀ ਹੈ। ਤੰਬਾਕੂ ਭਾਵ ਤਮਾਂ ਦਾ ਕਰਨਾ ਮਸਾ ਹੰਕਾਰ ਹੀ ਪੀ ਰਿਹਾ ਹੈ। ਦਵੈਤਵਾਦੀ ਵਿਸ਼ੇ ਵਿੱਚ ਕੈਦੀ ਲੋਕਾਂ ਦੀ ਸਭਾ ਲੱਗ ਰਹੀ ਹੈ। ਲੋਭ ਰੂਪੀ ਸ਼ਰਾਬ ਪੀ ਕੇ ਪਰਮਾਦੀ ਹੋਏ ਦਵੈਤ ਦਰਸ਼ਨ ਰੂਪੀ ਅਖਾੜਾ ਵਿਸ਼ੇਈ ਲੋਕ ਦੇਖ ਰਹੇ ਹਨ।
ਮਨੁੱਖਾ ਦੇ ਹੀ ਰੂਪ ਸ੍ਰੀ ਹਰਿਮੰਦਰ ਸਾਹਿਬ ਦੀ ਬੇਦਬੀ ਹੁੰਦੀ ਵੇਖ ਕੇ ਧਰਮ ਰੂਪ ਭਾਈ ਮਹਿਤਾਬ ਸਿੰਘ ਨੇ ਚੜ੍ਹਾਈ ਕੀਤੀ। ਵੈਰਾਗ ਰੂਪ ਭਾਈ ਸੁੱਖਾ ਸਿੰਘ ਨੂੰ ਨਾਲ ਲੈ ਕੇ ਪ੍ਰਾਣ ਰੂਪ ਘੋੜਿਆਂ ਤੇ ਚੜ੍ਹ ਕੇ ਸਵਾਰ ਹੋਏ। ਰਾਹ ਵਿੱਚ ਠੀਕਰੀਆਂ ਦੀਆਂ ਥੈਲੀਆਂ ਭਰੀਆਂ ਮਾਇਆ ਛਲ ਰੂਪ ਹੈ। ਜਾਣ ਕਰਕੇ ਭਗਤੀ ਕਰਨ ਦੇ ਯੋਗ ਧਾਰਨਾ ਧਾਰ ਕੇ ਇਹ ਥੈਲੀਆਂ ਭਰ ਕੇ ਸੰਗਤ ਰੂਪੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆਏ। ਸਤਿਗੁਰੂ ਜੀ ਤੋਂ ਗਿਆਨ ਰੂਪੀ ਖੰਡਾ ਲੈ ਕੇ ਗਰੀਬੀ ਰੂਪ ਚੋਲਿਆਂ ਵਿੱਚ ਲੁਕਾ ਕੇ ਲਿਆਏ। ਸ਼ੁੱਧ ਮਨ ਨੇ ਹੰਕਾਰ ਰੂਪ ਮੱਸੇ ਦਾ ਸਿਰ ਕੱਟ ਦਿੱਤਾ। ਕਬੁੱਧ ਵੇਸਵਾ ਦੇ ਵਿਸ਼ੇ ਗਹਿਣੇ ਲਾ ਲਏ। ਕੰਨੋਂ ਫੜ ਕੇ ਬਾਹਰ ਕੱਢ ਦਿੱਤੀ। ਹਿਰਦੇ ਸਰੋਵਰ ਚੋਂ ਨਾਮ ਦਾ ਜਲ ਭਰ ਦਿੱਤਾ। ਯਥਾ ਹਰਿਮੰਦਰ ਇਹੋ ਸਰੀਰ ਹੈ, ਵਿੱਚ ਸਵੈ ਅਨੁਭਵ ਪ੍ਰਕਾਸ਼ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕੀਤੇ ਹਨ। ਸੋ ਗੁਰੂ ਰੂਪ ਸਾਧ ਸੰਗਤ ਜੀ, ਅੱਜ ਦੇ ਪ੍ਰਸੰਗ ਇੱਥੇ ਹੀ ਖਤਮ। ਕੱਲ ਦਾ ਪ੍ਰਸੰਗ ਆਵੇਗਾ 84 ਦਰਵਾਜ਼ਿਆਂ ਵਾਲੇ ਕਿਲੇ ਦਾ ਅਲੰਕਾਰ ਅਤੇ ਤਾਸ਼ ਦਾ ਅਲੰਕਾਰ। ਅੱਜ ਲਈ ਇੰਨਾ ਹੀ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਕਿਛ ਮੈਨੂੰ